देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरेंद्रपाल सिंह। सरदार साहब, समा समा समर्थ होंदा है। देखो, सुमेध सैनी ਦੀਆਂ ਦੌੜਾਂ ਤੇ ਉਧਰੋਂ ਗੁਰਮੀਤ ਸਿੰਘ ਸ਼ੈਂਟੀ ਦੀਆਂ ਪਲਾਂਘਾਂ, ਬਾਦਲਾਂ ਦੇ ਵਿਹੜੇ 'ਚ ਇੱਕ ਹੋਰ ਦਿਨ ਨਮੋਸ਼ੀ ਵਰਗਾ ਹੈ। ਬਿਲਕੁਲ ਬਹੁਤ ਜ਼ਿਆਦਾ ਨਮੋਸ਼ੀ ਵਰਗਾ। ਲੇਕਿਨ ਇੱਧਰ ਸ਼੍ਰੋਮਣੀ ਕਮੇਟੀ ਵਾਲੇ ਪਾਸੇ ਉਹ ਜਿਉਂ-ਜਿਉਂ ਕਹਿੰਦੇ ਨਾ ਕੰਬੜੀ ਲਾਉਣ ਦੀ ਕੋਸ਼ਿਸ਼ ਕਰਦੇ ਆ, ਬਸ ਤਿਉਂ ਭਾਰ ਵਧੀ ਜਾਣ ਡਿਆ। ਗੁਰਮੀਤ ਸਿੰਘ ਸ਼ੈਂਟੀ ਦਿੱਲੀ ਦੇ ਵਿੱਚ ਬਾਦਲ ਕਿਆਂ ਨੇ ਇੱਕ ਚਿਹਰਾ ਬਣਾਇਆ, ਬਿਲਕੁਲ, ਜਿਹਨੂੰ ਮਨਜੀਤ ਸਿੰਘ ਜੀਕੇ ਦੇ ਖਿਲਾਫ ਝੋਕਤਾ ਜੀ, ਚੱਲ ਚੜ ਜਾ ਸੂਲੀ, ਬਿਲਕੁਲ ਸਹੀ। ਔਰ ਸ਼ਿਕਾਇਤ ਦਿੱਤੀ, ਉਹ ਕਰਪਸ਼ਨ ਦੀ ਸੀ ਜਾਂ ਬਾਕੀ ਜੀ, ਉਹਦੇ ਉੱਤੇ ਗਾਂ ਗੱਲ ਤੁਰਦੀ ਹੈ। ਲੇਕਿਨ ਜਿਹੜਾ ਸ਼ਿਕਾਇਤ ਕਰਤਾ ਹੈ ਅੱਜ ਉਹ ਤੁਹਾਡੇ ਨਾਲ ਨਹੀਂ। ਆਖਿਰ ਕੋਈ ਖਾਹਿਸ਼ ਪੂਰੀ ਨਾ ਹੋਈ ਜੀ, ਕੋਈ ਰਿਸ਼ਤਿਆਂ ਦਾ ਬੈਲੈਂਸ ਵਿਗੜ ਗਿਆ। ਬਿਲਕੁਲ, ਜਾਂ ਕਾਰਨ ਇਹ ਆ ਕਿ ਤੁਸੀਂ ਉਹਨੂੰ ਇੱਕ ਮੋਹਰੇ ਵਜੋਂ ਵਰਤ ਲਿਆ। ਜਦੋਂ ਵਰਤ ਲਿਆ ਔਰ ਤੁਹਾਡੇ ਆਪਣੇ ਜਿਹੜੇ ਨਾਲ ਤੁਰਨ ਵਾਲੇ ਸੀ ਉਹ ਤੇ ਆਪਣੇ ਕਾਟੋ ਕਲੇਸ਼ ਚੋਂ ਲੰਬੇ ਵੇਲੇ ਨਹੀਂ ਹੋ ਸਕੇ। ਸਰਦਾਰ ਸਾਹਿਬ, ਉੱਥੇ ਜਾਂਦੇ ਆ, ਇਹ ਬੜਾ ਦਿਲਚਸਪ ਮਾਜਰਾ ਹੈ। ਦਿੱਲੀ ਦੀਆਂ ਭੀੜੀਆਂ ਗਲੀਆਂ 'ਚ ਸਿੱਖ ਸਿਆਸਤ ਦਾ ਸਥਾਨ ਅਜੇ ਬਚਿਆ ਹੈ। ਉੱਥੇ ਸਿੱਖਾਂ ਦੀ ਸਿਆਸਤ ਸਿਰਫ ਦਿੱਲੀ ਕਮੇਟੀ ਕਰਕੇ ਚੱਲਦੀ ਹੈ, ਅਦਰਵਾਈਜ਼ ਸਾਨੂੰ ਕੌਣ ਪੁੱਛਦਾ ਹੈ। ਦਿੱਲੀ ਦੇ ਵਿੱਚ ਸਾਡੀਆਂ ਬੜੀਆਂ ਚੀਕਾਂ ਝਾੜਾਂ ਨੇ, ਸਾਨੂੰ 84 ਦੇ ਵਿੱਚ ਬੜਾ ਕੁਝ ਭੁਗਤਣਾ ਪਿਆ। ਲੇਕਿਨ ਅੱਜ ਵੀ ਸਿਆਸਤ ਉਸੇ ਤਰ੍ਹਾਂ ਚੱਲਦੀ ਹੈ। ਜਿਸ ਕਾਂਗਰਸ ਨੇ ਗਲਾਂ 'ਚ ਟਾਇਰ ਪਾਏ, ਅਜੇ ਵੀ ਅਸੀਂ ਕਾਂਗਰਸ ਨੂੰ ਵੋਟਾਂ ਪਾ ਦਿੰਨੇ ਆ, ਅਜੇ ਵੀ ਅਸੀਂ ਕਾਂਗਰਸ ਨਾਲ ਯਾਰੀ ਪਾੜ ਲੈਨੇ ਆ। ਸਿੱਖਾਂ ਤੇ 100 ਇਲਜ਼ਾਮ ਆ। ਲੇਕਿਨ ਪਹਿਲਾਂ ਗੱਲ ਕਰਦੇ ਆ ਸੁਮੇਧ ਸਿੰਘ ਸੈਣੀ ਦੀ। ਜਦੋਂ ਅੱਜ ਅਦਾਲਤ ਖੁੱਲਦੀ ਹੈ, ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸ਼ੁਰੂਆਤ ਹੁੰਦੀ ਹੈ, ਪੈਂਦਿਆਂ ਹੀ ਫੈਸਲਾ ਆਉਂਦਾ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਕੋਈ ਜ਼ਮਾਨਤ ਨਹੀਂ। ਬਿਲਕੁਲ, ਪੈਂਦਿਆਂ ਹੀ ਫੈਸਲਾ ਆਉਂਦਾ ਹੈ। ਉਹਨਾਂ ਦੀਆਂ ਦੋਨੇ ਅਰਜ਼ੀਆਂ, ਇੱਕ ਅਰਜ਼ੀ ਜਿਹਦੇ ਵਿੱਚ ਉਹ ਕਹਿੰਦੇ ਸੀ ਮੈਨੂੰ ਭਰੋਸਾ ਨਹੀਂ ਪੰਜਾਬ ਪੁਲਿਸ ਤੇ, ਕਿਸੇ ਬਾਹਰਲੀ ਏਜੰਸੀ ਤੋਂ ਜਾਂਚ ਕਰਾਓ, ਅਦਾਲਤ ਨੇ ਬਹੁਤ ਤਹੱਮਲ ਨਾਲ ਦੋਨੇ ਖਾਰਜ ਕਰਤੀਆਂ। ਦੇਖੋ, ਸਵਾਲ ਦੋ ਬੜੇ ਅਹਿਮ ਨੇ। ਕੱਲ ਤੱਕ ਜਿਸ ਪੁਲਿਸ ਦੇ ਉਹ ਮੁਖੀ ਰਹੇ, ਅੱਜ ਉਹਨਾਂ ਨੂੰ ਉਸ ਪੁਲਿਸ ਤੇ ਵਿਸ਼ਵਾਸ ਨਹੀਂ ਜੀ। ਔਰ ਸ਼ਾਇਦ ਇਹਦੇ ਤੋਂ ਵੱਡਾ ਕੋਈ ਕੰਪਲੀਮੈਂਟ ਨਹੀਂ ਹੋ ਸਕਦਾ ਕਿ ਜੇ ਪੁਲਿਸ ਦੇ ਮੁਖੀ ਰਹੇ ਨੂੰ ਪੁਲਿਸ ਤੇ ਵਿਸ਼ਵਾਸ ਨਹੀਂ, ਫਿਰ ਆਮ ਲੋਕ ਜਿਹੜੇ ਨੇ ਉਸ ਪੁਲਿਸ ਤੇ ਕੀ ਵਿਸ਼ਵਾਸ ਰੱਖਣ। ਪੁਲਿਸ ਬਹਾਲੀ ਇੱਕ ਵੱਡਾ ਵਿਸ਼ਾ ਹੈ। ਹਾਂ, ਇਹਦੇ ਉੱਤੇ ਪੰਜਾਬ ਦੇ ਮੌਜੂਦਾ ਡੀਜੀ ਨੂੰ ਕੰਮ ਕਰਨ ਦੀ ਲੋੜ ਹੈ, ਮੁੱਖ ਮੰਤਰੀ ਨੂੰ ਕੰਮ ਕਰਨ ਦੀ ਲੋੜ ਹੈ। ਪੁਲਿਸ ਦਾ ਚਿਹਰਾ ਲੋਕਾਂ ਪੱਖੀ ਬਣਾਉਣਾ ਬਣਦਾ ਹੈ, ਪਰ ਸਾਲਾਂ 'ਚ ਨਹੀਂ ਬਣਿਆ, ਗਾਂ ਬਣਨ ਦੀ ਉਮੀਦ ਕੋਈ ਨਹੀਂ। ਲੇਕਿਨ ਜਿਹੜਾ ਪੁਲਿਸ ਦਾ ਚਿਹਰਾ ਸੁਮੇਧ ਸੈਣੀ ਦੇ ਰੂਪ 'ਚ ਸਾਹਮਣੇ ਆ ਰਿਹਾ ਸਰਦਾਰ ਸਾਹਿਬ, ਉਹਦੇ ਤੋਂ ਕਰੂਪ ਚਿਹਰਾ ਵੀ ਕੋਈ ਨਹੀਂ ਹੋ ਸਕਦਾ। ਲਾਂਤ ਪਾਉਣ ਨੂੰ ਜੀ ਕਰਦਾ ਸੁਮੇਧ ਸਿੰਘ ਸੈਣੀ ਤੇ। ਲੋਕ ਹੁਣ ਇਹੀ ਸਵਾਲ ਕਰਦੇ ਆ ਕਿ ਕੀ ਸੁਮੇਧ ਸੈਣੀ ਨੂੰ ਵੀ ਉਸੇ ਤਰ੍ਹਾਂ ਚੁੱਕ ਕੇ ਲਿਆਂਦਾ ਜਾਏਗਾ ਜਿੱਦਾਂ ਬਗਾਨੇ ਪੁੱਤਾਂ ਨੂੰ ਘਰੋਂ ਧੂ ਕੇ ਲੈ ਜਾਂਦੇ ਸਨ? ਉਹ ਲੱਭੋਗੇ ਤੇ ਤਾਂ ਹੈ ਨਾ। ਕਿਸੇ ਨੇ, ਕੋਈ ਜਰਨਲਿਸਟ ਹੈ, ਉਹਨੇ ਫੇਸਬੁੱਕ ਤੇ ਬੜਾ ਸੋਹਣਾ ਲਿਖਿਆ ਸੀ, ਕਹਿੰਦੇ ਜੀ ਰਾਤ ਜਿਹੜੀ ਆ ਉਹ ਤਾਂ ਪੰਜਾਬ ਪੁਲਿਸ ਨੂੰ ਨਹੀਂ ਮਿਲੀ। ਅੱਛਾ, ਜਦੋਂ ਜ਼ਮਾਨਤ ਨਾ ਮਿਲੀ, ਠੀਕ ਹੈ, ਤੇ ਇਹਨਾਂ ਦੀ ਮੁਸ਼ਕਲ ਵੱਧ ਗਈ ਵੀ ਅਦਾਲਤ ਨੇ ਤੇ ਕਿਹਾ ਵੀ ਅਸੀਂ ਕੋਈ ਜ਼ਮਾਨਤ ਨਹੀਂ। ਇਹ ਫੜ ਕੇ ਕਿੱਥੋਂ ਲਿਆਉਣ? ਫੜ ਕੇ ਕਿੱਥੋਂ ਲਿਆਓਗੇ? ਇਹ ਲੱਭਣ ਕਿੱਥੋਂ? ਉਹ ਭਲਿਓ ਮਾਨਸੋ, ਤੁਹਾਡੇ ਆਪਣੇ ਘੇਰੇ ਚੋਂ ਬੰਦਾ ਚਲੇ ਗਿਆ। ਬਿਲਕੁਲ। ਤੇ ਸਵਾਲ ਤੇ ਫਿਰ ਉੱਥੇ ਆ ਗਿਆ ਨਾ ਕਿ ਆਖਰ ਤੁਹਾਡੀ ਕਾਬਲੀਅਤ ਕਿੱਥੇ ਖੜੀ ਆ? ਔਰ ਜਿਨ੍ਹਾਂ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਇੰਗਲੈਂਡ 'ਚ ਬੈਠਾ, ਜਰਮਨ 'ਚ ਬੈਠਾ, ਪਾਕਿਸਤਾਨ 'ਚ ਬੈਠਾ, ਇਟਲੀ 'ਚ ਬੈਠਾ, ਅਸੀਂ ਫੜ ਲਿਆ, ਕਾਬੂ ਕਰ ਲਿਆ, ਉਹ ਤੁਹਾਡਾ ਆਪਣਾ ਡੀਜੀਪੀ ਨਹੀਂ ਲੱਭਣ ਦੇ ਜਿਹੜਾ ਜੈਡ ਸਿਕਿਉਰਿਟੀ ਦਾ ਮਾਲਕ ਸੀ। ਦੋਸਤੋ, ਸਾਡਾ ਸੁਮੇਧ ਸਿੰਘ ਸੈਣੀ ਨਾਲ ਦੂਰ ਦੂਰ ਤੱਕ ਕੋਈ ਵਾਹ ਵਾਸਤਾ ਨਹੀਂ। ਅਸੀਂ ਸੁਮੇਧ ਸੈਣੀ ਨੂੰ ਜਾਣਦੇ ਨਹੀਂ, ਅਸੀਂ ਉਹਦੀ ਪਛਾਣ ਨਹੀਂ ਰੱਖਦੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਸੁਮੇਧ ਸੈਣੀ ਵੀ ਇੱਕ ਅਦਨਾ ਜਿਹਾ ਬੰਦਾ ਹੈ। ਲੇਕਿਨ ਇੱਥੇ ਜਿਸ ਬੰਦੇ ਨੂੰ ਅਸਮਾਨ ਜੱਡਾ ਕਰਤਾ ਗਿਆ ਬਤੌਰ ਡੀਜੀ, ਜਦੋਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਗਿਆ, ਅਸੀਂ ਤਾਂ ਚਲੋ ਸ਼ਾਇਦ ਨਾ ਜਾਣਦੇ ਹੋਵਾਂਗੇ, ਸੱਤਾ ਦੇ ਜਿਹੜੇ ਸੌਦਾਗਰ ਨੇ, ਵਪਾਰੀ ਨੇ, ਉਹਨਾਂ ਨੂੰ ਤਾਂ ਪਤਾ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਉਹਨਾਂ ਹਾਲਾਤਾਂ ਦਾ ਪਤਾ ਹੋਊਗਾ, ਸਾਰੇ ਦੌਰ ਹੰਡਾਏ, ਉਹਨਾਂ ਤੋਂ ਵੱਧ ਕੌਣ ਸਿਆਸਤ ਨੂੰ ਜਾਣਦਾ। ਸੋ ਮੈਨੂੰ ਇੰਜ ਲੱਗਦਾ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਇੱਕ ਸਧਾਰਨ ਪੁਲਿਸ ਅਫੀਸਰ ਤੋਂ ਪੰਜਾਬ ਦੀ ਪੁਲਿਸ ਦਾ ਮਾਲਕ ਬਣਾ ਦੇਣ ਵਾਲੇ, ਔਰ ਕਿੰਨੇ ਸਾਰੇ ਲੋਕਾਂ ਦਾ ਹੱਕ ਮਾਰ, ਕਿੰਨੇ ਪੁਲਿਸ ਵਾਲਿਆਂ ਦਾ ਹੱਕ ਮਾਰੇ, ਲੇਕਿਨ ਕੇਸ ਚੱਲਦੇ ਸ਼ਾਇਦ। ਔਰ ਸੁਮੇਧ ਸਿੰਘ ਸੈਣੀ ਨਾਲ ਸਿਰਫ ਇੱਕੋ ਹੀ ਰਿਸ਼ਤਾ ਸੀ, ਮਾਨਵਤਾ ਦਾ ਰਿਸ਼ਤਾ, ਬੰਦੇ ਤੋਂ ਬੰਦੇ ਦਾ ਰਿਸ਼ਤਾ। ਲੇਕਿਨ ਉਹਦੀ ਭਿਆਨਕਤਾ ਦੇਖ ਕੇ, ਕਰੂਪਤਾ ਦੇਖ ਕੇ ਅੱਜ ਸੱਚਮੁੱਚ ਲੋਕ ਨਫ਼ਰਤ ਕਰ ਰਹੇ ਆ। ਕਿੰਨੇ ਲੋਕ ਕੀ ਕੁਝ ਬੋਲ ਰਹੇ ਆ, ਕਿੰਨਿਆਂ ਦੇ ਸੀਨੇ 'ਚ ਠੰਡ ਪੈ ਰਹੀ ਹੋਊਗੀ
ਕਿ ਹਾਂ ਬਈ ਤਗੜਿਆਂ ਲਈ ਵੀ ਕੋਈ ਅਦਾਲਤਾਂ ਹੁੰਦੀਆਂ ਨੇ, ਤਗੜਿਆਂ ਨੂੰ ਵੀ ਕਟਹਿਰਿਆਂ 'ਚ ਖੜੇ ਹੋਣਾ ਪੈਂਦਾ ਹੈ। ਇਹ ਭੱਜ ਦੌੜ ਜਿਹੜੀ ਹੈ ਇਕੱਲੇ ਆਮ ਬੰਦੇ ਲਈ ਨਹੀਂ ਗੀ, ਇਹ ਦੌੜ ਜਿਹੜੀ ਹੈ ਨਾ ਜੀ ਕਾਨੂੰਨ ਔਰ ਮੁਲਜ਼ਮ ਦੀ, ਇਹ ਕਿਸੇ ਵੇਲੇ ਵੀ ਬਦਲ ਜਾਂਦੀ ਹੈ। ਮੈਨੂੰ ਯਾਦ ਹੈ ਕਿ ਜਦੋਂ ਸਾਲ 2010 ਦੇ ਵਿੱਚ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਇੱਕ ਸ਼ਿਕਾਇਤ ਪੱਤਰ ਜਿਹੜਾ ਅਕਾਲ ਤਖਤ ਸਾਹਿਬ ਤੇ ਲੈ ਕੇ ਆਉਂਦੀ ਹੈ, ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਉਹ ਸ਼ਿਕਾਇਤ ਬਿਲਕੁਲ ਨਵੇਕਲੀ ਸੀ ਕਿ ਆਹ 400 ਜਿਹੜੇ ਪੁਲਿਸ ਅਫਸਰ ਨੇ ਇਹ ਸਾਡੇ ਧੀਆਂ ਪੁੱਤਰਾਂ ਦੇ ਕਾਤਲ ਨੇ ਜੀ, ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜੀ। ਲੇਕਿਨ ਅਸੀਂ ਹੈਰਾਨ ਸਾਂ ਕਿ ਜਥੇਦਾਰ ਅਕਾਲ ਤਖਤ ਦਾ ਕੌਮ ਦੀ ਅਗਵਾਈ ਕਰੇਗਾ, ਕੌਮ ਦੇ ਹਿੱਤਾਂ ਦੀ ਗੱਲ ਕਰਦਾ ਹੋਏਗਾ, ਲੇਕਿਨ ਉਹ ਚਿੱਠੀ ਜਿਹੜੀ ਆ ਦੱਬੀ ਜਾਂਦੀ ਹੈ ਜੀ। 2012 ਦੇ ਵਿੱਚ ਜਦੋਂ ਸੁਮੇਧ ਸੈਣੀ ਦਾ ਚਿਹਰਾ ਸਾਹਮਣੇ ਆ ਜਾਂਦਾ, ਲੋਕ ਬੜੇ ਮਤਲਬ ਜਿਹਨੂੰ ਕਹਿ ਲਓ ਭਰੇ ਮਨ ਨਾਲ ਵੇਖਦੇ ਕਿ ਸਾਡੇ ਬੱਚਿਆਂ ਦਾ ਜਿਹੜਾ ਕਾਤਲ ਸੀ ਫਿਰ ਬੈਠ ਗਿਆ ਜੀ। ਇਹੋ ਹੀ ਹਾਲਤ ਹੁੰਦੀ ਜਦੋਂ ਇਜ਼ਹਾਰ ਆਲਮ ਨੂੰ ਸੀਨੀਅਰ ਮੀਤ ਪ੍ਰਧਾਨ ਲਾਇਆ ਜਾਂਦਾ। ਸਰਦਾਰ ਸਾਹਿਬ ਅਸੀਂ ਥੋੜਾ ਜਿਹਾ ਉਰੇ ਨੂੰ ਆਉਂਦੇ ਆ। ਦੇਖੋ ਗੱਲ ਇਹ ਹੈ ਕਿ ਅਸੀਂ ਨਾਵਾਂ ਥਾਵਾਂ 'ਚ ਜਾਵਾਂਗੇ ਤੇ ਮੈਨੂੰ ਲੱਗਦਾ ਹੈ ਕਿਉਂਕਿ ਇਹ ਇਨਸਾਫ ਦੀ ਲੜਾਈ ਹੈ, ਕਾਨੂੰਨਾਂ ਦੀ ਲੜਾਈ ਹੈ, ਇਹਦੇ 'ਚ ਅਦਾਲਤਾਂ ਨੂੰ ਆਪ ਜਿਹਨੂੰ ਸੂ ਮੋਟੋ ਕਹਿੰਦੇ ਲੈਣਾ ਚਾਹੀਦਾ। ਜਿੱਥੇ ਜਿੱਥੇ ਵੀ ਘਟਨਾਵਾਂ ਵਾਪਰੀਆਂ ਉਹਨਾਂ ਦਾ ਜ਼ਿਕਰ ਹੋਣਾ ਬਣਦਾ, ਦੋਸ਼ੀਆਂ ਨੂੰ ਕਟਾਰੇ ਮਿਲਣੇ ਚਾਹੀਦੇ ਆ। ਹੁਣ ਗੱਲ ਦਿੱਲੀ ਦੀ ਸਿਆਸਤ ਵਾਲੀ ਕਰ ਲਈਏ, ਲੰਬੀ ਨਾ ਕਰੀਏ, ਛੋਟੇ ਚਮਕਾਉਂਦੇ ਆ। ਦਿੱਲੀ ਦੇ ਵਿੱਚ ਜਦੋਂ ਮਨਜੀਤ ਸਿੰਘ ਜੀਕੇ ਵੱਖ ਹੁੰਦੇ ਆ ਬਾਦਲਕਿਆਂ ਤੋਂ, ਜੀਕੇ ਨੂੰ ਕਟਹਿਰੇ 'ਚ ਲਿਆਉਣ ਲਈ ਇਹਨਾਂ ਨੇ ਤੌਰ ਤਰੀਕੇ ਵਰਤੇ। ਅੱਜ ਗੁਰਮੀਤ ਸਿੰਘ ਛੰਟੀ ਅਕਾਲੀ ਦਲ ਨੂੰ ਛੱਡ ਗਿਆ। ਬਿਲਕੁਲ ਸਹੀ ਗੱਲ। ਉਹਨਾਂ ਅਸਤੀਫਾ ਦੇ ਦਿੱਤਾ। ਇੱਕ ਅਖਬਾਰ ਦੀ ਖਬਰ ਹੁਣੇ ਪ੍ਰਕਾਸ਼ਿਤ ਹੋਈ। ਹੁਣ ਅੱਗੇ ਜਾ ਕੇ ਡਿਟੇਲ ਪਤਾ ਲੱਗੂ, ਉਹ ਕੋਈ ਪ੍ਰੈਸ ਕਾਨਫਰੰਸ ਕਰਨਗੇ, ਉਹ ਵੱਖਰਾ ਵਿਸ਼ਾ ਹੈ। ਲੇਕਿਨ ਜਿੰਨਾ ਅਸੀਂ ਅਕਾਲੀ ਸਿਆਸਤ ਨੂੰ ਦਿੱਲੀ ਦੀ ਨੂੰ ਜਾਣਦੇ ਆ, ਬਾਦਲਕਿਆਂ ਵੱਲੋਂ ਜਿਸ ਤਰੀਕੇ ਨਾਲ ਇਹਨੂੰ ਮੋਹਰਾ ਬਣਾ ਕੇ ਵਰਤਿਆ ਗਿਆ, ਉੱਥੇ ਮਨਜਿੰਦਰ ਸਿੰਘ ਸਿਰਸਾ ਬਾਦਲਕਿਆਂ ਦਾ ਚਿਹਰਾ ਨੇ ਜੀਕੇ ਤੋਂ ਬਾਅਦ। ਔਰ ਮੇਰਾ ਖਿਆਲ ਆ ਕਿ ਕੋਈ ਨਾ ਕੋਈ ਛੰਟੀ ਲਈ ਅਹੁਦਾ, ਕੋਈ ਨਾ ਕੋਈ ਲਾਲਚ ਜ਼ਰੂਰ ਰਿਹਾ ਹੋਊਗਾ ਕਿ ਮੈਂ ਮਨਜੀਤ ਸਿੰਘ ਜੀਕੇ ਦੇ ਖਿਲਾਫ ਜੇ ਇਹ ਕਰਦਾ ਹੈ ਤੇ ਇਹ ਵਜਾਨੇ 'ਚ ਮੈਨੂੰ ਕੀ ਮਿਲਦਾ ਹੈ। 2009 ਤੋਂ ਲੈ ਕੇ 12 ਤੱਕ ਮੈਂ ਦਿੱਲੀ ਕਮੇਟੀ ਦਾ ਮੀਡੀਆ ਐਡਵਾਈਜ਼ਰ ਵਜੋਂ ਜੁੜਿਆ ਰਿਹਾ ਜੀ। ਉਸ ਵੇਲੇ ਸਾਹਿਬ ਗੁਰਬੀਰ ਸਿੰਘ ਛੰਟੀ ਜਨਰਲ ਸਕੱਤਰ ਸਨ ਜੀ, ਔਰ ਸਾਹਿਬ ਪਰਮਜੀਤ ਸਿੰਘ ਸਰਨਾ ਪ੍ਰਧਾਨ ਸਨ। 2012 ਤੱਕ ਇਹ ਦੋਨੇ ਹੀ ਨਾਲ ਨੇ ਜੀ। 2012 ਤੋਂ ਬਾਅਦ ਅਚਨਚੇਤ ਪਾਸਾ ਪਲਟ ਜਾਂਦਾ, ਸਿਆਸਤ ਪਲਟ ਜਾਂਦੀ ਹੈ, ਸਰਨੇ ਭਰਾ ਸੱਤਾ ਤੋਂ ਬਾਹਰ ਹੋ ਜਾਂਦੇ ਨੇ ਔਰ ਫਿਰ ਇੱਧਰ ਨੂੰ ਆ ਜਾਂਦੇ ਨੇ ਮਨਜੀਤ ਸਿੰਘ ਜੀਕੇ ਜਿਹੜੇ ਉੱਭਰ ਕੇ ਆਉਂਦੇ ਨੇ ਸਾਹਮਣੇ ਜੀ। ਉਹਨਾਂ ਨੂੰ ਪਾਰਟੀ ਦੇ ਬਕਾਇਦਾ ਦਿੱਲੀ ਕਮੇਟੀ ਦੇ ਪ੍ਰਧਾਨ ਵਜੋਂ ਲਿਆਂਦਾ ਜਾਂਦਾ ਜੀ। ਉਸ ਵੇਲੇ ਵੀ ਛੰਟੀ ਪਿੱਛੇ ਨੇ ਜੀ, ਮਨਜਿੰਦਰ ਸਿੰਘ ਸਰਸਾ ਜਨਰਲ ਸਕੱਤਰ ਨੇ ਜੀ, ਔਰ ਇਹ ਰੂਟੀਨ ਤੁਰਦੀ ਆ। ਤੁਹਾਡੇ ਸਾਹਮਣੇ ਉਹ ਦਿਨ ਆਉਂਦੇ ਨੇ ਜਿੱਦਣ ਦਿੱਲੀ ਦੇ ਵਿੱਚ ਚੋਣ ਜਿੱਤਣ ਲਈ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਨਹੀਂ ਚੱਲਦਾ, ਮਨਜੀਤ ਸਿੰਘ ਜੀਕੇ ਦਾ ਚੱਲਦਾ। ਮਨਜੀਤ ਸਿੰਘ ਜੀਕੇ ਦਾ ਨਾਂ ਚੱਲਦਾ, ਬਾਦਲ ਦਲ ਦਾ ਨਾਂ ਨਹੀਂ ਚੱਲਦਾ। ਕਹਿੰਦੇ ਜੇ ਬਾਦਲ ਦਲ ਦਾ ਨਾਂ ਵਰਤਿਆ ਵੋਟਾਂ ਨਹੀਂ ਜੇ ਪੈਣੀਆਂ। ਮੈਂ ਸਰਦਾਰ ਸਾਹਿਬ ਥੋੜਾ ਜਿਹਾ ਅੱਗੇ ਆਉਣਾ, ਮੈਨੂੰ ਇੰਜ ਲੱਗਦਾ ਹੈ ਕਿ ਗੁਰਮੀਤ ਸਿੰਘ ਛੰਟੀ ਲਈ ਦਿੱਲੀ ਕਮੇਟੀ ਦੇ ਵਿੱਚ ਜਨਰਲ ਸਕੱਤਰ ਦਾ ਅਹੁਦਾ ਰੱਖਣ ਦੀ ਗੱਲ ਹੋਈ ਹੋਊਗੀ, ਜ਼ਰੂਰ ਹੋਈ ਹੋਏਗੀ। ਦੂਜੀ ਗੱਲ ਕਿ ਉਹਨਾਂ ਨੂੰ ਕਿਸੇ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਭੇਜਣ ਦੀ ਗੱਲ ਹੋਈ ਹੋਊਗੀ, ਜ਼ਰੂਰ। ਲੇਕਿਨ ਹਾਲਾਤ ਐਸੇ ਮੋੜਾ ਖਾ ਗਏ, ਇਹਨਾਂ ਨੂੰ ਕਿਸੇ ਨੂੰ ਟਿਕਟ ਕੀ ਮਿਲਣੀ ਸੀ, ਬੀਜੇਪੀ ਵਾਲਿਆਂ ਲਾਗੇ ਹੀ ਨਹੀਂ ਲਾਇਆ। ਬਿਲਕੁਲ ਮਸਾਂ ਇੱਜ਼ਤ ਬਚਾ ਕੇ ਬਾਹਰ ਨਿਕਲੇ। ਲੇਕਿਨ ਫਿਰ ਮੈਨੂੰ ਲੱਗਦਾ ਕਿ ਜਿਹੜਾ ਇਹ ਖਾਹਿਸ਼ੀ ਸਿਲਸਿਲਾ ਸੀ ਇਹ ਅੱਗੇ ਵੱਧ ਗਿਆ। ਜਿੰਨਾ ਚਿਰ ਸਾਡੀ ਸਦਾ ਗੁਰਮੀਤ ਸਿੰਘ ਛੰਟੀ ਨਾਲ ਗੱਲ ਨਹੀਂ ਹੁੰਦੀ, ਅਸੀਂ ਉਹਨਾਂ ਦੇ ਮਨ ਦੇ ਭੇਦ ਨਹੀਂ ਜਾਣਦੇ, ਉਦੋਂ ਤੱਕ ਅਸੀਂ ਪੱਕੀ ਥੱਟੀ ਤਾਂ ਕਹਿ ਨਹੀਂ ਸਕਦੇ ਵੀ ਆਹ ਗੱਲ ਹੋਈ ਹੋਊਗੀ। ਲੇਕਿਨ ਬੁਨਿਆਦੀ ਗੱਲ ਇਹੀ ਲੱਗ ਰਹੀ ਆ ਕਿ ਅਕਾਲੀ ਦਲ ਬਾਦਲ ਗੁਰਮੀਤ ਸਿੰਘ ਛੰਟੀ ਨੂੰ ਜਿਹੜੇ ਦਵਾਏ ਯਕੀਨ ਸੀ ਉਹਨਾਂ ਨੂੰ ਕਾਇਮ ਰੱਖਣ 'ਚ ਅਸਫਲ ਹੋਇਆ, ਜਾਂ ਗੁਰਮੀਤ ਸਿੰਘ ਛੰਟੀ ਨੂੰ ਲੱਗਿਆ ਕਿ ਮੈਂ ਕਿਸੇ ਸਮੇਂ ਸਰਨਿਆਂ ਦੇ ਨਾਲ ਇੱਕ ਬਿਹਤਰ ਤੌਰ ਤੇ ਚੱਲਦਾ ਸੀ, ਅੱਜ ਮੈਨੂੰ ਨੁਕਸਾਨ ਉਠਾਉਣੇ ਪੈ ਰਹੇ ਆ। ਜਾਂ ਸਰਦਾਰ ਸਾਹਿਬ ਤੀਜੀ ਗੱਲ ਕਿ ਇਹ ਲੱਗ ਰਿਹਾ ਆਉਂਦੀ ਇਲੈਕਸ਼ਨ 'ਚ ਦਿੱਲੀ ਦੇ ਵਿੱਚ ਬਾਦਲਕਿਆਂ ਨੂੰ ਬਹੁਤਾ ਕੁਝ ਹਾਸਲ ਨਹੀਂ ਛੰਟੀ ਨੂੰ ਲੱਗਿਆ ਹੋਊਗਾ ਕਿ ਇੱਥੇ ਜ਼ਮੀਨ ਗਵਾਚ ਰਹੀ ਹੈ। ਕੋਈ ਕਾਰਨ ਤਾਂ ਰਹੇ ਹੋਣਗੇ, ਸਰਦਾਰ ਸਾਹਿਬ ਬਿਹਤਰ ਦੱਸ ਸਕਦੇ। ਦੇਖੋ ਜਦੋਂ ਛੰਟੀ ਚੰਗੇ ਤਗੜੇ ਕਾਰੋਬਾਰੀ ਨੇ, ਕੇਟਰਿੰਗ ਦਾ ਉਹਨਾਂ ਦਾ ਕੰਮ ਹੈ, ਇਹ ਦੋ ਕੇਟਰਿੰਗ ਦੇ ਕੰਮ ਕਾਰੋਬਾਰ ਵਾਲੇ ਦਿੱਲੀ ਕਮੇਟੀ ਸਰਨਿਆਂ ਦੇ ਟਾਈਮ ਤੇ ਸੀ ਜੀ। ਇੱਕ ਛੰਟੀ, ਇੱਕ ਕਰਤਾਰ ਸਿੰਘ ਕੋਛਰ ਜੀ।
ਇਹ ਦੋਨੇ ਹੀ ਬਾਅਦ 'ਚ ਕਰਤਾਰ ਸਿੰਘ ਕੋਚਰ ਜਿਹੜੇ ਨੇ ਆਜ਼ਾਦਾਂ ਨਾਲ ਲੜਦੇ ਨੇ, ਜੀ ਵੱਖਰੀ ਚੋਣ ਲੜਦੇ ਨੇ। ਸੋ ਕਿਤੇ ਨਾ ਕਿਤੇ ਰਹਿ ਜਾਂਦਾ ਕਿ ਯਾਰ ਮੈਂ ਜਨਰਲ ਸਕੱਤਰ ਤੋਂ ਪ੍ਰਧਾਨਗੀ ਵੱਲ ਜਾਣਾ ਸੀ। ਜੀ ਦੇਖੋ 2012 ਤੱਕ ਮਨਜੀਤ ਸਿੰਘ ਜੀਕੇ ਦਾ ਕੋਈ ਵੱਡਾ ਕੱਦ ਨਹੀਂ ਸੀ, ਬਿਲਕੁਲ ਠੀਕ ਹੈ। ਲੇਕਿਨ ਗੱਲ ਫਿਰ ਉੱਥੇ ਹੋਈ ਕਿ ਜਦੋਂ ਤੁਹਾਡੇ ਤੋਂ ਮਜ਼ਬੂਤ ਬੰਦਾ ਸਾਹਮਣੇ ਖੜਾ ਉਹਨੂੰ ਭੰਡਣਾ ਆ, ਜੀ। ਉਹਦੇ ਖਿਲਾਫ ਪ੍ਰਚਾਰ ਕਰਨਾ, ਤੇ ਫਿਰ ਥੋੜਾ ਜਿਹਾ ਬੰਦਾ ਉਸ ਹਿਸਾਬ ਦਾ ਲੈ ਆਓ ਜਿਹੜਾ ਗੱਲ ਕਹਿ ਦੇਵੇ ਤੇ ਅਗਲੇ ਦੇ ਰਵੇ ਕੱਖ ਨਾ, ਤੇ ਜੇ ਕਿਤੇ ਇਹਦੀ ਗਲਤੀ ਹੈ ਤੇ ਕੋਈ ਗੱਲ ਨਹੀਂ, ਇਹਨੂੰ ਪਤਾ ਨਹੀਂ ਸੀ ਅਜੇ। ਇੱਕ ਠੀਕ। ਨੀਤੀ ਹੈ, ਸਿਆਸਤ ਹੈ। ਲੇਕਿਨ ਹੁਣ ਇਹ ਵੀ ਸਰਦਾਰ ਸਾਹਿਬ ਵੱਡਾ ਸਵਾਲ ਹੈ ਕਿ ਗੁਰਮੀਤ ਸਿੰਘ ਛੰਟੀ ਬਾਦਲ ਕਿਆਂ ਨੂੰ ਝਟਕਾ ਦੇ ਕੇ ਕਿਸ ਧਿਰ ਨਾਲ ਜਾਣਾ ਚਾਹੁੰਦੇ ਆ, ਇਹ ਵੱਡਾ ਸਵਾਲ ਹੈ। ਉਹ ਯਕਦਮ ਫੈਸਲਾ ਨਹੀਂ ਲੈਣਗੇ, ਹਾਂ। ਬੜਾ ਠੰਮੇ ਨਾਲ, ਬਹੁਤ ਠੰਮੇ ਦਾ ਭਰਿਆ ਇਨਸਾਨ ਹੈ, ਆਰਾਮ ਨਾਲ 2-3 ਦਿਨ ਠਹਿਰ ਕੇ ਬੋਲੇਗਾ। ਅਸੀਂ ਹੁਣ ਦੋਸਤੋ ਅੱਗੇ ਤੁਰਦੇ ਹਾਂ ਦਿੱਲੀ ਕਮੇਟੀ ਤੇ ਦਿੱਲੀ ਸਿਆਸਤ ਤੋਂ ਉਰੇ ਪੰਜਾਬ ਵੱਲ ਆਉਂਦੇ ਆ। ਜੀ। ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਵਨ ਸਰੂਪ, ਜਿਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ, ਜਿਨ੍ਹਾਂ ਦੇ ਵਿੱਚ ਕਈਆਂ ਦੇ ਮਿਸਿੰਗ ਹੋਣ ਦੀ ਗੱਲ ਆਉਂਦੀ ਹੈ, ਤੇ ਕਈਆਂ ਨੂੰ ਅਸੀਂ ਜੋ ਦੇਖਿਆ ਸੀਗਾ ਕਿ ਪੁਲਿਸ ਕੇਸ ਤੋਂ ਸ਼੍ਰੋਮਣੀ ਕਮੇਟੀ ਆਪਣੀ ਜਾਂਚ ਤੱਕ ਲੈ ਆਈ ਹੈ। ਹੁਣ ਉਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਕਈ ਸਾਬਕਾ ਅਧਿਕਾਰੀ, ਜਿਨ੍ਹਾਂ 'ਚੋਂ ਕੁਝ ਫਾਰਗ ਕੀਤੇ ਗਏ, ਜਿਹੜੇ ਬਿਲਕੁਲ ਉਹਦੇ ਵਿੱਚ ਬੈਠੇ ਸੀਗੇ, ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਜਾਂ ਦਿੱਤੀਆਂ ਜਾਣੀਆਂ ਨੇ, ਉਹਨਾਂ ਦੇ ਵਿੱਚੋਂ ਕੁਝ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ। ਔਰ ਅਸੀਂ ਇਸ ਮਹਾਨ ਸੰਸਥਾ ਦੇ ਉਨੇ ਹੀ ਸਤਿਕਾਰ ਲਈ ਜਿੰਨਾ ਸਾਡੇ ਮਨ 'ਚ ਹੈ ਕਿਸੇ ਵੀ ਸਿੱਖ ਸੰਸਥਾ ਲਈ, ਉਹਦੀ ਹਾਮੀ ਭਰਦੇ ਹਾਂ ਔਰ ਉਹਦੀ ਮਾਨਤਾ ਨੂੰ ਕਾਇਮ ਰੱਖਦੇ ਹਾਂ, ਕਿਉਂਕਿ ਕਿਸੇ ਵੀ ਸੰਸਥਾ ਨੂੰ ਨੁਕਸਾਨ ਪਹੁੰਚਾਉਣਾ ਸਾਡਾ ਏਜੰਡਾ ਹੋ ਹੀ ਨਹੀਂ ਸਕਦਾ, ਇਹ ਕਿਸੇ ਵੀ ਸਿੱਖ ਦਾ ਨਹੀਂ ਹੋ ਸਕਦਾ। ਲੇਕਿਨ ਸੱਚ ਤੇ ਸਿੱਖ ਇਹ ਵੀ ਦੋ ਚੀਜ਼ਾਂ ਨੇ। ਜੇ ਕੋਈ ਸੱਚ ਸਾਹਮਣੇ ਆਉਂਦਾ ਹੈ ਤੇ ਕਿਸੇ ਨਿੱਜੀ ਮਤਲਬ ਲਈ ਉਹਨੂੰ ਛੁਪਾ ਲੈਣਾ ਵੀ ਠੀਕ ਨਹੀਂ। ਸਰਦਾਰ ਸਾਹਿਬ ਕੁਝ ਇੱਕ ਲੋਕਾਂ ਨਾਲ ਗੱਲਬਾਤ ਕਰਦੇ ਆ, ਜਿਹੜੇ ਸਾਡੇ ਨਾਲ ਅਪਰੋਚ ਕਰਕੇ ਪਹੁੰਚ ਕਰਕੇ ਮਿਲੇ ਆ, ਉਹ ਕੈਮਰੇ ਤੇ ਬੋਲਣਾ ਚਾਹੁੰਦੇ ਆ, ਲੇਕਿਨ ਅਸੀਂ ਕੁਝ ਦੇਰ ਲਈ, ਜੇਕਰ ਬਹੁਤ ਜ਼ਿਆਦਾ ਲੱਗਿਆ ਲੋੜ ਪਈ ਤਾਂ ਜ਼ਰੂਰ ਉਹਨਾਂ ਨੂੰ ਆਉਣ ਲਈ ਕਵਾਂਗੇ। ਲੇਕਿਨ ਕੁਝ ਪਹਿਲੂ ਜਿਨ੍ਹਾਂ ਦੇ ਵਿੱਚ ਜਾਂਚ ਕਮੇਟੀ ਤੇ ਵੀ ਹਰਫ ਆ ਰਿਹਾ, ਉਹ ਜਾਂਚ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ, ਜਿਹਦੇ ਵਿੱਚ ਸਰਦਾਰ ਈਸ਼ਰ ਸਿੰਘ ਜਿਹੜੇ ਐਡਵੋਕੇਟ ਸੀਗੇ ਉਹ ਕੰਮ ਕਰ ਰਹੇ ਸੀ, ਉਹਨਾਂ ਤੇ ਵੀ ਕੁਝ ਹਰਫ ਆਇਆ। ਕੁਝ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਦੋਂ ਜਾਂਚ ਚੱਲ ਰਹੀ ਸੀ ਸਾਨੂੰ ਸੁਣਿਆ ਹੀ ਨਹੀਂ ਗਿਆ, ਜੋ ਉਹਨਾਂ ਨੇ ਪਹਿਲਾਂ ਧਾਰਨਾਵਾਂ ਬਣਾਈਆਂ ਸੀ ਉਹਨਾਂ ਤੇ ਹੀ ਕੰਮ ਕੀਤਾ। ਜਿਹੜੀ ਮਦਦ ਦੀ ਅੱਗੇ ਹੱਥ ਵਧਾਇਆ ਗਿਆ, ਮਦਦ ਲਈ ਕਿਹਾ ਗਿਆ, ਉਹ ਵੀ ਲੈਣ ਦੀ ਜ਼ਰੂਰਤ ਨਹੀਂ ਮਹਿਸੂਸ ਕੀਤੀ ਗਈ। ਸੋ ਇੱਕ ਮੀਤ ਸਕੱਤਰ ਪੱਧਰ ਦੇ ਅਧਿਕਾਰੀ ਜਿਹਦਾ ਸਿੱਧਾ ਵਾਰ ਆ, ਜਿਹਨੇ ਖੁਦ ਵੀ ਜਾਂਚ ਕੀਤੀ ਹੈ, ਜਿਸ ਅਧਿਕਾਰੀ ਨੇ ਉਹ ਸਾਰੇ ਅੰਕੜੇ ਟੈਲੀ ਕੀਤੇ ਆ, ਜਿਸ ਅਧਿਕਾਰੀ ਨੇ ਸਰੂਪ ਫਿਜ਼ੀਕਲੀ ਉੱਥੇ ਕਿੰਨੇ ਉਪਲਬਧ ਆ ਉਹਨਾਂ ਨੂੰ ਜਾ ਕੇ ਚੈੱਕ ਕੀਤਾ ਹੈ, ਉਸ ਅਧਿਕਾਰੀ ਨੇ ਸਰਦਾਰ ਸਾਹਿਬ ਨੂੰ ਕੋਈ ਦੱਸਿਆ। ਸਰਦਾਰ ਸਾਹਿਬ ਵੇਰਵਾ ਜ਼ਰਾ ਚੰਗੇ ਤਰੀਕੇ ਨਾਲ ਸ਼ੁਰੂ ਤੋਂ ਦੇ ਦਿਓ। ਜਿਹੜਾ ਸਭ ਤੋਂ ਅਹਿਮ ਨੁਕਤਾ ਇੱਕ ਸਰਦਾਰ ਈਸ਼ਰ ਸਿੰਘ ਦੀ ਜਾਂਚ ਕਮਿਸ਼ਨ ਨੇ ਸਾਹਮਣੇ ਲਿਆਂਦਾ ਸੀ, ਉਹਦੇ 'ਚ ਇੱਕ ਲਫ਼ਜ਼ ਵਰਤਿਆ ਗਿਆ ਸੀ ਕਿ ਕੰਵਲਜੀਤ ਸਿੰਘ ਨੇ 61 ਸਰੂਪ ਜਿਹੜਾ ਵਾਧੂ ਅੰਕ ਪਏ ਹੁੰਦੇ ਨੇ ਉਹਨਾਂ ਤੋਂ ਤਿਆਰ ਕਰਕੇ ਜਮ੍ਹਾਂ ਪਾਉਣੇ ਸਨ, ਨਹੀਂ ਪਾਏ। ਔਰ ਸ਼ਬਦ ਵਰਤਿਆ ਗਿਆ ਸੀ ਅਣਅਧਿਕਾਰਤ ਤਰੀਕੇ ਨਾਲ ਤਿਆਰ ਕੀਤੇ ਗਏ 61 ਪਾਵਨ ਸਰੂਪ। ਇਹ 10 ਸਫ਼ਿਆਂ ਦੀ ਰਿਪੋਰਟ 'ਚ ਲਿਖਿਆ ਹੋਇਆ। ਬਿਲਕੁਲ ਬਿਲਕੁਲ ਪਹਿਲੇ ਇਹ ਜਿਹੜੀ ਜਾਂਚ ਕਮਿਸ਼ਨ ਦੀ ਰਿਪੋਰਟ ਆ ਉਹਦੇ ਪਹਿਲੇ ਪੇਜ ਦੇ ਉੱਤੇ ਹੀ ਇਹ ਸਾਰਾ ਕੁਝ ਦਰਜ ਹੈ। ਔਰ ਜਦੋਂ ਅੱਜ ਅਸੀਂ ਕੁਝ ਸਾਬਕਾ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹ ਕਹਿੰਦੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ 61 ਸਰੂਪਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹਨਾਂ ਦੇ ਵਿੱਚੋਂ 55 ਸਰੂਪ ਜਿਹੜੇ ਨੇ ਉਹ ਬਕਾਇਦਾ ਸੰਗਤ ਤੱਕ ਪੁੱਜੇ ਨੇ, ਔਰ ਉਹਨਾਂ ਦੀ ਮਾਇਆ ਜਿਹੜੀ ਹੈ ਉਹ ਬਕਾਇਦਾ ਖਾਤਿਆਂ ਦੇ ਵਿੱਚ ਜਮ੍ਹਾਂ ਹੋਈ ਆ। ਇੱਕ ਮਿੰਟ, ਜੇ 55 ਸਰੂਪ ਸੰਗਤ ਕੋ ਪਹੁੰਚ ਗਏ, ਮਾਇਆ ਜਮ੍ਹਾਂ ਹੋ ਗਈ, ਫਿਰ ਅਣਅਧਿਕਾਰਤ ਸ਼ਬਦ ਕਿਉਂ ਵਰਤਿਆ? ਅਣਅਧਿਕਾਰਤ ਰਹੀ ਨਹੀਂ। ਜੀ, ਅਣਅਧਿਕਾਰਤ ਸ਼ਬਦ ਸਿਰਫ ਇਸ ਕਰਕੇ ਆ ਕਿ ਸਰੂਪ ਜਦੋਂ ਤਿਆਰ ਹੋ ਗਏ, ਉਹਨਾਂ ਸਰੂਪਾਂ ਨੂੰ ਤਿਆਰ ਕਰਨ ਦੀ ਇਜਾਜ਼ਤ ਨਹੀਂ ਸੀ ਲਈ ਗਈ। ਉਹ ਸਰੂਪ 61 ਸਰੂਪ ਜਿਹੜੇ ਸਨ ਉਹ ਜਿਲਦ ਸਾਜ਼ਾਂ ਦੇ ਕਬਜ਼ੇ ਵਿੱਚ ਰਹੇ। ਉੱਥੋਂ ਬਾਹਰੋਂ ਬਾਰ ਜਿਹੜੇ ਉਹਨਾਂ ਨੇ ਕਿਹਾ ਜੀ 53 ਸਰੂਪ
ਜਿਹੜੇ ਨੇ ਉਹਨਾਂ ਦੀ ਜਿੱਥੇ ਵੰਡ ਦੱਸੀ ਆ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ, ਰਤਵਾੜੀ ਹਰਿਆਣਾ, ਬੁੱਢਾ ਜੋੜ ਤੇ ਇੰਦੌਰ, ਇਹਨਾਂ 4 ਜਗ੍ਹਾ ਤੇ 53 ਸਰੂਪ ਗਏ ਨੇ। 2 ਸਰੂਪ ਜਿਹੜੇ ਨੇ ਉਹ ਇੱਕ ਦਲਬੀਰ ਸਿੰਘ ਜਿਹੜੇ ਗ੍ਰੰਥੀ ਸਨ ਜੀ, ਉਹਨਾਂ ਨੂੰ ਦਿੱਤੇ ਗਏ। ਇਹ ਦਲਬੀਰ ਸਿੰਘ ਕੌਣ ਸਨ? ਇਹ ਦਲਬੀਰ ਸਿੰਘ ਬਕਾਇਦਾ ਉੱਥੇ ਉਹਨਾਂ ਦੀ ਨਿਯੁਕਤੀ ਹੈ। ਦਲਬੀਰ ਸਿੰਘ ਦੇ ਕੋਲ ਜਿਹੜੀ ਸੰਗਤ ਕੋਲ ਮੰਨ ਲਓ ਕਿਸੇ ਨੇ ਪ੍ਰਧਾਨ ਦਾ ਰੁੱਕਾ ਲਿਆਂਦਾ, ਕਿਸੇ ਨੇ ਸਕੱਤਰ ਦੀ ਚਿੱਠੀ ਲਿਆਂਦੀ, ਕਿਸੇ ਨੇ ਜਥੇਦਾਰ ਸਾਹਿਬ ਦੀ ਚਿੱਠੀ ਲਿਆਂਦੀ, ਕਹਿ ਸਕਦੇ ਹੋ ਕਿ ਕੈਸ਼ ਮਾਮਲਾ ਨਹੀਂ ਉਹਦੇ ਕੋਲ। ਅੱਛਾ, ਉਹਦੇ ਕੋਲ ਕੈਸ਼ ਦੀ ਰਸੀਦ ਕੱਟਣ ਦਾ ਹੱਕ ਨਹੀਂ ਹੈ, ਲੇਕਿਨ ਉਹਦੇ ਕੋਲ ਰੁਕੇ ਨੇ। ਉਹਦੇ ਕੋਲ ਰੁਕੇ ਨੇ, ਮਤਲਬ ਉਹ ਸਰੂਪ ਜਿਨ੍ਹਾਂ ਲਈ ਭੇਟਾ ਨਹੀਂ ਦਿੱਤੀ ਜਾਂਦੀ, ਭੇਟਾ ਨਹੀਂ ਹੋਈ, ਭੇਟਾ ਰਹਿਤ ਕਹਿ ਲਓ। ਕਹਿਣ ਦਾ ਮਤਲਬ ਕਿ ਜਿੱਥੇ ਰੁੱਕਾ ਆ ਗਿਆ ਜੀ, ਉੱਥੇ ਪੈਸੇ ਨਹੀਂ ਲਏ ਪੈਸੇ ਨਹੀਂ ਲੈਣੇ। ਹਾਂ, 2 ਸਰੂਪ ਇਹਨਾਂ ਦੇ ਕੋਲ, ਦਲਬੀਰ ਸਿੰਘ ਹੋਰਾਂ ਕੋਲ। ਉਹ ਕਹਿੰਦੇ ਨੇ ਕਿ ਇਹ 55 ਸਰੂਪ ਤੇ ਜਮਾ ਖਰਚ ਹੋਏ ਨੇ ਬਕਾਇਦਾ, ਰਹਿ ਗਏ 6। ਰਹਿ ਗਏ 6 ਤੇ ਉਹ 6 ਸਰੂਪ ਅੱਜ ਵੀ ਉੱਥੇ ਮੌਜੂਦ ਨੇ। ਅੱਛਾ, ਉਹ 6 ਸਰੂਪ ਅੱਜ ਵੀ ਮੌਜੂਦ ਨੇ। ਕਹਿੰਦੇ ਫਿਰ ਜਿਹੜੀ ਤੁਹਾਡੀ ਗਿਣਤੀ 267 ਜਿਹੜੀ ਆਖਰੀ ਟਾਈਮ ਦੇ ਉੱਤੇ ਜਿਹੜਾ ਉੱਥੋਂ ਦਾ ਹੀ ਇੱਕ ਮੀਤ ਸਕੱਤਰ ਕਰਦੇ ਨੇ ਬਕਾਇਦਾ, ਉਹਨਾਂ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਨੇ ਕਵਲਜੀਤ ਸਿੰਘ ਦੀ ਬਿਆਨ ਆ ਕਿ 267 ਸਰੂਪ ਨੇ, ਘਟਦੇ ਨੇ। ਲੇਕਿਨ ਕਹਿੰਦੇ ਜਦੋਂ ਅਸੀਂ ਖਾਤੇ ਚੈੱਕ ਕਰਦੇ ਆ ਤੇ ਖਾਤਿਆਂ ਦੇ ਵਿੱਚ 212 ਸਰੂਪ ਘੱਟ ਨੇ। ਅੱਛਾ, ਜਿਹੜੀਆਂ ਲੈਜਰਾਂ ਨੇ ਉਹਦੇ ਅਨੁਸਾਰ ਉਹਨਾਂ ਗਿਣਤੀ ਦੱਸੀ ਕਿ ਵੱਡੇ ਸਰੂਪ ਕਿੰਨੇ ਨੇ, ਦਰਮਿਆਨੇ ਕਿੰਨੇ ਨੇ, ਆਪਣਾ ਪਦਛੇਦ ਕਿੰਨੇ ਨੇ, ਛੋਟੇ ਆਕਾਰ ਦੇ ਸਰੂਪ ਕਿੰਨੇ ਨੇ, ਸਾਰਿਆਂ ਦੀ ਗਿਣਤੀ ਆ। ਉਹ ਕਹਿੰਦੇ ਕਿ ਜਦੋਂ ਸਵਾਲ ਸਿਰਫ ਇੰਨਾ ਰਹਿ ਜਾਂਦਾ ਕਿ ਇਹ ਅਣਅਧਿਕਾਰਤ ਤੇ ਕਹਿ ਦਿੱਤੇ ਗਏ ਨੇ। ਇਹ ਮੈਨੂੰ ਇੱਥੇ ਸਵਾਲ ਕਰਨ ਦਿਓ ਜੀ। ਇਹ ਜਾਂਚ, ਇਹ ਮੀਤ ਸਕੱਤਰ ਜੀ, ਜਿਨ੍ਹਾਂ ਨੂੰ ਹੁਣ ਫਾਰਗ ਕਰਤਾ ਗਿਆ, ਜੀ ਕਰਤਾ ਗਿਆ ਨਾ, ਬਿਲਕੁਲ। ਇਹ ਮੀਤ ਸਕੱਤਰ ਜਿਨ੍ਹਾਂ ਨੂੰ ਹੁਣ ਫਾਰਗ ਕਰਤਾ ਗਿਆ, ਉਹਨਾਂ ਨੂੰ ਜਾਂਚ ਕਰਨ ਲਈ ਕਿਹਨੇ ਕਿਹਾ? ਡਾਕਟਰ ਰੂਪ ਸਿੰਘ ਹੋਰਾਂ ਦੇ ਹੁਕਮ ਤੇ ਜਾਂਚ ਕਰਦੇ ਨੇ। ਇਹ ਡਾਕਟਰ ਰੂਪ ਸਿੰਘ ਕਿਉਂ ਕਹਿ ਰਹੇ ਆ? ਉਹ ਇਸ ਕਰਕੇ ਕਹਿ ਰਹੇ ਨੇ ਕਿ ਜਦੋਂ 20 ਫਰਵਰੀ 2020 ਨੂੰ ਕਵਲਜੀਤ ਸਿੰਘ ਇੱਕ ਦਰਖਾਸਤ ਲਿਖ ਕੇ ਲਿਆਉਂਦੇ ਨੇ ਕਿ 55 ਸਰੂਪ ਜਿਹੜੇ ਨੇ, ਉਸ 80 ਸਰੂਪ ਜਿਹੜੇ ਨੇ ਉਸ ਵੇਲੇ ਨੁਕਸਾਨੇ ਜਾਂਦੇ ਨੇ, ਅਗਨ ਭੇਟ ਹੋ ਕੇ ਤੇ ਜਲ ਦੇ ਨਾਲ, ਇਸ ਕਰਕੇ ਰਾਈਟ ਆਫ ਕੀਤੇ ਜਾਣ। ਇਹਦੇ ਨਾਲ 4 ਬੈੱਡ, 4 ਚਿੱਟੀਆਂ ਚਾਦਰਾਂ, 4 ਗੱਦੇ, ਸਾਰਾ ਕੁਝ ਰਾਈਟ ਆਫ ਕੀਤੇ ਜਾਣ। ਮਤਲਬ ਦੋਸਤੋ ਥੋੜਾ ਸਪਸ਼ਟ ਕਰਦੇ ਆ ਕਿ ਕਵਲਜੀਤ ਸਿੰਘ ਜਿਹੜੇ ਉੱਥੇ ਦੇ ਕਰਤਾ ਧਰਤਾ ਸੀ ਪਬਲਿਕੇਸ਼ਨ ਦੇ ਪਾਵਨ ਸਰੂਪਾਂ ਦੇ ਮਾਮਲੇ 'ਚ, ਜਿਨ੍ਹਾਂ ਤੇ ਦੋਸ਼ ਬਹੁਤ ਜ਼ਿਆਦਾ ਨੇ, ਉਹ 80 ਸਰੂਪ ਕਿ 81 80 ਸਰੂਪਾਂ ਦੀ ਉਹ ਚਿੱਠੀ ਆਫਿਸ ਨੋਟ ਲੈ ਕੇ ਆਉਂਦੇ ਨੇ। 80 ਸਰੂਪਾਂ ਦਾ ਇੱਕ ਨੋਟ ਬਣਾ ਕੇ ਲਿਆਉਂਦੇ ਆ ਮੁੱਖ ਸਕੱਤਰ ਕੋਲ ਕਿ ਇਨ ਆਫਿਸ ਨੋਟ ਜਿਹੜਾ ਉਹ ਆਉਂਦਾ ਆ ਥੱਲੇ ਵੀ ਜੀ ਸਾਨੂੰ ਇਹ ਸਰੂਪ ਰਾਈਟ ਆਫ ਕੀਤੇ ਜਾਣ। ਸੁਪਰਵਾਈਜ਼ਰ ਤੋਂ ਚੱਲਦਾ ਮੇਰਾ ਮਤਲਬ ਕਿ ਮੁੱਖ ਸਕੱਤਰ ਕੋ ਪਹੁੰਚਦਾ ਲਿਖਤ ਕਵਲਜੀਤ ਦੀ ਹੈ ਥਰੂ ਪ੍ਰੋਪਰ ਚੈਨਲ। ਜਦੋਂ ਡਾਕਟਰ ਰੂਪ ਸਿੰਘ ਕੋਲ ਜਾਂਦਾ ਤੇ ਉਹ ਕਹਿੰਦੇ ਆ ਕਿ ਮੀਤ ਸਕੱਤਰ ਨੂੰ ਕਹਿੰਦੇ ਆ ਕਿ ਜਾ ਭਾਈ ਦੇਖ, ਜਾਂਚ ਰਿਪੋਰਟ ਕਰੋ। ਜਦੋਂ ਮੀਤ ਸਕੱਤਰ ਤੇ ਨਾਲ ਉਹਨਾਂ ਦੇ ਜਿਹੜਾ ਇੰਚਾਰਜ ਆ ਗੁਰਮੁਖ ਸਿੰਘ, ਉਹ ਸਾਰਾ ਲੈਜਰ ਜਿਹੜੇ ਨੇ ਉਸ ਵੇਲੇ ਜੋ ਮੌਜੂਦ ਆ, ਜੋ ਸਟਾਕ ਹੈ, ਉਹ ਵੇਖਦੇ ਨੇ ਕਿ ਇਹ ਤੇ 212 ਸਰੂਪ ਤੇ ਇੱਥੇ ਘਟ ਗਏ ਗਿਣਤੀ ਜੀ। ਲੈਜਰ 'ਚ ਕੁਝ ਹੋਰ ਆ, ਵਿੱਚ ਕੁਝ ਹੋਰ ਆ, ਲੈਜਰ 'ਚ ਕੁਝ ਹੋਰ ਆ, ਵਿੱਚ ਕੁਝ ਹੋਰ ਆ। ਉਹ ਕਹਿੰਦੇ 212 ਤੇ ਇਹੀ ਨੇ ਜੀ। ਹੁਣ ਉਹ ਮੈਨੂੰ ਸਵਾਲ ਕਰਦੇ ਨੇ, ਕਹਿੰਦੇ ਤੁਸੀਂ ਬਾਰ-ਬਾਰ 267 ਸਰੂਪ ਕਿਉਂ ਕਹਿ ਰਹੇ ਹੋ ਜੀ? ਮੈਂ ਕਿਹਾ ਵੀ ਵੀਰ, ਨਾ ਤੇ ਮੈਂ ਉਸ ਗੁਰੂ ਗ੍ਰੰਥ ਸਾਹਿਬ ਭਵਨ 'ਚ ਗਿਆ ਤੇ ਨਾ ਮੈਂ ਕਦੀ ਉੱਥੋਂ ਲੈਣ ਗਿਆ, ਨਾ ਕਦੀ ਪ੍ਰੈਸ 'ਚ ਗਿਆ। ਪਰ ਸਵਾਲ ਇਹ ਆ ਕਿ ਮੇਰੇ ਅੱਗੇ ਆ ਤੁਹਾਡੀ ਜਾਂਚ ਕਮਿਸ਼ਨ ਦੀ ਰਿਪੋਰਟ ਹੈ 10 ਸਫ਼ਿਆਂ ਦੀ, ਇਹਦੇ ਨਾਲ ਗੱਲ ਕਰ ਲਓ। ਉਹ ਕਹਿੰਦੇ ਜੀ ਫਿਰ 55 ਸਰੂਪ ਤੇ ਆ ਨੇ ਜਿਹੜੇ ਅਸੀਂ ਖਾਤਿਆਂ 'ਚ ਪਾਤੇ ਹੋਏ ਨੇ, ਜਿਨ੍ਹਾਂ ਦੀ ਮਾਇਆ ਜਮਾ ਹੋ ਗਈ ਹੈ ਜਾਂ ਜਿਨ੍ਹਾਂ ਦੇ ਰੁੱਕੇ ਜਮਾ ਹੋ ਗਏ ਜੀ, ਭੇਟਾ ਰਹਿਤ ਨੇ ਜਾਂ ਭੇਟਾ ਸਹਿਤ ਨੇ, ਉਹ ਜਮਾ ਖਰਚ ਹੋ ਗਏ ਨੇ। ਕਹਿੰਦੇ ਬਾਕੀ ਰਹਿ ਗਏ 212 ਬਾਰੇ ਵੀ ਕੋਈ ਦੱਸਦੇ ਆ? ਫਿਰ ਉਹ ਕਹਿੰਦੇ ਨੇ ਕਿ ਇਹੋ ਹੀ ਤੇ 212 ਜਿਹੜਾ ਭੇਤ ਬਣਿਆ ਹੋਇਆ। ਲੇਕਿਨ ਇਸ ਦੇ ਨਾਲ ਉਹ ਇੱਕ ਗੱਲ ਹੋਰ ਕਹਿੰਦੇ ਨੇ, ਕਹਿੰਦੇ ਤੁਸੀਂ ਇੱਕ ਗੱਲ ਕੀਤੀ ਸੀ ਕਿ 9,82,000 ਰੁਪਈਆ ਬਾਜ ਸਿੰਘ ਦੇ ਨਾਂ ਤੋਂ, ਬਾਜ ਸਿੰਘ ਤੋਂ ਵਸੂਲਿਆ ਗਿਆ ਸੀ। ਹਾਂ, ਜਿਸ ਬਾਰੇ ਇਹ ਸਾਫ਼ ਕਿਹਾ ਜਾ ਰਿਹਾ ਸੀ ਕਿ ਉਸ ਕਲਰਕ ਨੇ
ਇਹ ਸਰੂਪ ਹਾਂ ਬਾਰ-ਬਾਰ ਦਿੱਤੇ ਬਿਲਕੁਲ। ਔਰ ਮੁੜ ਕੇ ਸ਼੍ਰੋਮਣੀ ਕਮੇਟੀ ਨੇ ਇੱਕ ਜਾਂਚ ਤੋਂ ਬਾਅਦ ਉਹਦੇ ਕੋਲੋਂ ਇਹ ਪੌਣੇ 10 ਲੱਖ ਰੁਪਏ ਤੋਂ ਜ਼ਿਆਦਾ ਅਮਾਉਂਟ ਜਮ੍ਹਾਂ ਕਰਵਾਈ। ਬਿਲਕੁਲ ਬਿਲਕੁਲ ਜੀ। ਉਹ ਕਹਿੰਦੇ ਨੇ ਕਿ ਜਦੋਂ ਇਹ ਰੌਲਾ ਪੈ ਜਾਂਦਾ ਤੇ ਉਸ ਵੇਲੇ ਜਾਂਚ ਹੁੰਦੀ ਆ ਫਲਾਈਂਗ ਸਕਾਡ ਦੀ ਜੀ 18 ਦੇ ਵਿੱਚ। ਫਲਾਈਂਗ ਸਕਾਡ ਦੇ ਸਾਹਮਣੇ ਜਿਹੜਾ ਬਾਜ ਸਿੰਘ ਹੈ ਉਹ ਸ਼ਰੇਆਮ ਕਹਿੰਦਾ ਕਿ ਮੈਂ ਸਾਰੇ ਪੈਸੇ ਇਹਨੂੰ ਦਿੱਤੇ ਆ, ਕਿਉਂਕਿ ਮੈਂ ਜਦੋਂ ਬਾਹਰੋਂ ਭੇਟਾ ਇਕੱਠੀ ਕਰਕੇ ਲਿਆਉਣਾ ਮੈਨੂੰ ਰਸੀਦ ਵੱਖਰੀ ਨਹੀਂ ਮਿਲਦੀ, ਜੀ ਮੈਂ ਤੇ ਮਾਇਆ ਇੱਥੇ ਜਮ੍ਹਾਂ ਕਰਾਉਣੀ ਹੈ ਤੇ ਇਹਨੂੰ ਪੁੱਛੋ। ਇਹ ਬਾਜ ਸਿੰਘ ਨੇ ਲਿਖ ਕੇ ਦਿੱਤਾ ਹੋਊਗਾ। ਬਾਜ ਸਿੰਘ ਨੇ ਲਿਖ ਕੇ ਦਿੱਤਾ ਜਾਂਚ ਕਮਿਸ਼ਨ ਨੂੰ। ਉਹਦੇ ਤੋਂ ਪਹਿਲਾਂ ਫਲਾਈਂਗ ਸਕਾਡ ਜਿਹੜੀ ਆ, ਮੈਂ ਫਲਾਈਂਗ ਸਕੁਐਡ ਦੀ ਗੱਲ ਕਰ ਹਾਂ, ਉਹ ਕਹਿੰਦੇ ਕਿ ਆਖਰ ਇਹ ਫੈਸਲਾ ਕੀਤਾ ਜਾਂਦਾ ਕਿ ਗਲਤੀ ਤੇ ਹੈਗੀ ਆ। 9,82,000 ਰੁਪਇਆ ਜਿਹੜਾ ਇਹਨਾਂ ਦੋਨਾਂ ਨੂੰ ਪਾਤਾ ਜਾ ਚਾਵੇ। ਕੁਦਰਤੀ ਹੈ। ਦੇਖੋ ਹਾਲਾਤ ਦੇਖੋ ਕਿ ਪੈਸੇ ਜਿਹੜੇ ਆ ਉਹ ਕਵਲਜੀਤ ਸਿੰਘ ਨੇ ਵਰਤ ਲਏ ਕਿਤੇ, ਲੇਕਿਨ ਜੁਰਮਾਨਾ ਉਹਨੂੰ ਪੈ ਰਿਹਾ, ਹੁਣ ਦੋਨਾਂ ਨੂੰ ਪੈ ਰਿਹਾ। ਦੋਨਾਂ ਨੂੰ ਪੈ ਰਿਹਾ। ਪਹਿਲਾਂ ਕਹਿੰਦੇ ਫੈਸਲਾ ਹੈ ਕਿ 50-50 ਪਾਓ ਦੋਨਾਂ ਨੂੰ, ਕਹਿੰਦੇ ਫਿਰ ਕਿਹਾ ਚਲੋ ਕੋਈ ਨਹੀਂ 65-35 ਕਰ ਲਓ, ਕਵਲਜੀਤ ਨੂੰ 35% ਪਾ ਦਿਓ, ਫਿਰ ਕਹਿੰਦੇ ਨਹੀਂ 85-15 ਕਰ ਲਓ। ਉੱਥੇ ਜੋ ਡਾਕੂਮੈਂਟ ਮੈਂ ਦੇਖ ਕੇ ਆਇਆ ਉਹਦੇ ਅਨੁਸਾਰ 8,14,700 ਰੁਪਈਆ ਜਿਹੜਾ ਬਾਜ ਸਿੰਘ ਦੇ ਕੋਲੋਂ ਰਿਕਵਰ ਕੀਤਾ ਗਿਆ, ਉਹਦੀ ਬਕਾਇਦਾ ਤਨਖਾਹ ਚੋਂ ਤੇ ਬਾਕੀ ਲੈ ਕੇ, ਔਰ 1,68,000 ਰੁਪਈਆ ਜਿਹੜਾ ਸੀ ਕਵਲਜੀਤ ਸਿੰਘ ਕੋ, ਉਹ ਲਿਖਤੀ ਹੈ ਸਾਰਾ ਲਿਖਦੇ ਆ। ਲੇਕਿਨ ਕਾਰਨ ਇਹ ਆ ਕਿ ਇਹ ਜਿਹੜੇ ਪੈਸੇ ਉਹਨਾਂ ਨੇ ਜਮ੍ਹਾਂ ਕਰਾਏ ਆ ਉਹਦੇ ਜਮ੍ਹਾਂ ਹੋਣ ਬਾਰੇ ਇਸ ਪਬਲੀਕੇਸ਼ਨ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਗਈ ਕਿ ਇਹਨਾਂ ਨੇ ਪੈਸੇ ਜਮ੍ਹਾਂ ਕਰਾਤੇ ਜਾਂ ਨਹੀਂ। ਕਹਿੰਦੇ ਆਖਰ ਜਦੋਂ 31/5 ਨੂੰ ਕਵਲਜੀਤ ਸਿੰਘ ਇੱਕ ਕਿਸਮ ਦਾ ਰਿਟਾਇਰ ਹੋ ਜਾਂਦਾ ਕਾਗਜ਼ਾਂ ਦੇ ਵਿੱਚ, ਜੀ ਜੀ, ਤੇ ਕਹਿੰਦੇ ਜੂਨ ਮਹੀਨੇ ਦੇ ਵਿੱਚ ਇੱਕ ਚਿੱਠੀ ਆਉਂਦੀ ਆ ਕਿ ਇਹਨਾਂ ਦੇ ਨਾਲ ਤੇ 6% ਇਹਨਾਂ ਕੋ ਵਿਆਜ ਵੀ ਲੈਣਾ ਸੀ। ਇਹ ਉੱਪਰਲੇ ਲਿਖਦੇ 18 ਉੱਪਰ ਦੇ ਲਿਖਦੇ ਆ, ਤੇ ਕਹਿੰਦਾ ਵੀ ਅਸੀਂ ਥੱਲੇ ਲਿਖਿਆ ਵੀ ਜਦੋਂ ਲੇਖਾ ਕੀਤਾ ਸੀ ਸਾਨੂੰ ਦੱਸ ਹੀ ਦਿੰਦੇ ਜੀ, ਤੁਸੀਂ ਰਿਟਾਇਰ ਕੀਤਾ ਆਖਰ ਤੇ ਤੁਸੀਂ ਇਥੋਂ ਚਿੱਠੀ 15 ਦਿਨ ਪਹਿਲਾਂ ਕੱਢਦੇ ਹੋ ਵੀ ਭਾਈ ਤੂੰ ਚੱਲਿਆ, ਤੇ ਤੁਹਾਡਾ ਕੰਮ ਹੈ, ਸਾਨੂੰ ਤੇ ਪਤਾ ਹੀ ਨਹੀਂ ਜੇ ਅਸੀਂ ਕੀ ਕਰ ਲਈਏ। ਬਿਲਕੁਲ। ਸੋ ਹੁਣ ਇਹ ਜਿਹੜਾ ਚੱਕਰ ਆ ਇਹਨੂੰ ਕਿੱਥੇ ਕਰੋ। ਉਹ ਕਹਿੰਦਾ ਕਿ ਬਾਰ-ਬਾਰ ਕਈ ਵਾਰ ਗੁਰਦੁਆਰਾ ਕਹਿੰਦਾ, ਫਿਰ ਉਹ ਪੂਰੀ ਡਿਟੇਲ ਦੇ ਰਿਹਾ ਕਵਲਜੀਤ ਬਾਰੇ। ਕਹਿੰਦਾ 31/10/2019 ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਕਿ ਇਸ ਤਰ੍ਹਾਂ ਕਵਲਜੀਤ ਸਿੰਘ ਰਿਟਾਇਰ ਹੋ ਰਿਹਾ ਤੇ ਹੁਣ ਇਹਦਾ ਚਾਰਜ ਜਿਹੜਾ ਦੂਸਰੇ ਸ਼ਖਸ ਨੂੰ ਦੇਣਾ ਹੈ, ਉਹ ਬਣਦਾ ਹੈ ਜੀ, ਬਣਦਾ ਨਿਯਮਾਂ ਅਨੁਸਾਰ। ਕਹਿੰਦੇ ਬਕਾਇਦਾ ਐਡੀਸ਼ਨਲ ਸੈਕਟਰੀ ਪ੍ਰਤਾਪ ਸਿੰਘ ਨੇ ਉਹ ਚਿੱਠੀ ਲਿਖਦੇ ਨੇ ਜੀ ਵੀ ਹਾਂ ਚਾਰਜ ਲੈਣ ਲਈ ਚੀਫ ਗੁਰਦੁਆਰਾ ਇੰਸਪੈਕਟਰ ਜਿਹੜਾ ਉਹ ਤਿਆਰੀ ਕਰੇ। ਅੱਛਾ। ਕਹਿੰਦੇ 22/1/2020 ਨੂੰ ਜਿਹੜੇ ਗੁਰਦੁਆਰਾ ਇੰਸਪੈਕਟਰ ਨੇ, ਚੀਫ ਗੁਰਦੁਆਰਾ ਇੰਸਪੈਕਟਰ ਜੀ, ਉਹ ਲਿਖਦੇ ਨੇ ਕਿ ਗੁਰਦੁਆਰਾ ਇੰਸਪੈਕਟਰ ਸੁਰਜੀਤ ਸਿੰਘ ਦੀ ਡਿਊਟੀ ਲਗਾਈ ਜਾਂਦੀ ਹੈ ਤੇ ਨਾਲ ਹੀ ਲਿਖਿਆ ਤੁਰੰਤ। ਇਹ ਜਿਹੜਾ ਫਰਜ਼ ਆ ਤੁਰੰਤ ਨਿਭਾਉਣਾ, ਵੀ ਜਿਹੜਾ ਬੰਦਾ ਨਵਾਂ ਆ ਰਿਹਾ ਤੁਰੰਤ ਉਹਦਾ ਚਾਰਜ ਦਵਾਓ ਉਹਨੂੰ। ਲੇਕਿਨ ਉਹਦੇ ਤੋਂ ਬਾਅਦ ਕਹਿੰਦੇ ਕਿ ਉਹ ਕੀ ਕੀਤਾ ਕੀ ਨਹੀਂ ਕੀਤਾ ਕੋਈ ਨਹੀਂ ਜਾਣਦਾ। ਉਹ ਕਹਿੰਦੇ ਕਿ ਇੱਥੇ ਤੇ ਇਹ ਆ ਕਿ ਜਾਂਚ ਹੋਈ ਆ ਜੀ, ਜਾਂਚ ਚੀਫ ਗੁਰਦੁਆਰਾ ਇੰਸਪੈਕਟਰ ਨੇ ਵੀ ਕੀਤੀ ਹੈ, ਜਾਂਚ ਫਲਾਈਂਗ ਸਕਾਡ ਨੇ ਵੀ ਕੀਤੀ ਹੈ, ਲੇਕਿਨ ਉਹਦਾ ਨਤੀਜਾ ਇੱਧਰ ਨਹੀਂ ਦੱਸਦੇ ਕਿਸੇ ਨੂੰ। ਤੇ ਜੇ ਕਹਿੰਦੇ ਸਾਨੂੰ ਨਤੀਜੇ ਦਾ ਹੀ ਨਹੀਂ ਪਤਾ ਤੇ ਫਿਰ ਅਸੀਂ ਦੋਸ਼ੀ ਕਿੱਦਾਂ ਆ। ਸਰਦਾਰ ਸਾਹਿਬ, ਦੋਸ਼ੀ ਤਾਂ ਚਲੋ ਇੱਕ ਵੱਖਰਾ ਵਿਸ਼ਾ ਹੈ, ਵੱਖਰਾ ਵਿਸ਼ਾ, ਉਹ ਤਾਂ ਬਕਾਇਦਾ ਜਾਂਚ ਤੋਂ ਬਾਅਦ ਸਾਹਮਣੇ ਆਇਆ। ਲੇਕਿਨ ਤਾਲਮੇਲ ਜਿਹੜੀ ਆ, ਹਾਂ ਵਿਭਾਗਾਂ ਦਾ ਤਾਲਮੇਲ ਉਹ ਖਤਮ ਹੈ। ਇੱਕ ਹੋਰ ਚੀਜ਼ ਆ ਕਿ ਜਦੋਂ 2 EMPLOYEES ਤੋਂ ਪੈਸੇ ਜਮ੍ਹਾਂ ਕਰਾ ਲਏ ਜੀ, ਕਿੱਡਾ ਵੱਡਾ ਘਪਲਾ ਸੀ। ਹਾਂ, ਕਿ ਪੈਸੇ ਪਬਲੀਕੇਸ਼ਨਸ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਜੀ, ਔਰ ਉਹ ਪੈਸੇ ਅਗਲੇ ਜੇਬ ਚ ਪਾ ਗਏ। ਬਿਲਕੁਲ, ਭਾਵੇਂ ਬਾਅਦ ਚ ਉਹਨਾਂ ਦੇ ਹੀ ਦਿੱਤੇ। ਐਸੇ ਬੰਦਿਆਂ ਤੇ ਤੁਸੀਂ ਸਮਾਂ ਰਹਿੰਦਿਆਂ ਕਾਰਵਾਈ ਕਿਉਂ ਨਾ ਕੀਤੀ? ਗੱਲ ਤੇ ਫਿਰ ਉੱਥੇ ਆ ਗਈ ਕਿ ਤੁਸੀਂ ਉਦੋਂ ਕੁਝ ਨਹੀਂ ਸਿੱਖਿਆ। ਤੁਸੀਂ ਉਦੋਂ ਕੁਝ ਨਹੀਂ ਸਿੱਖਿਆ। ਔਰ ਕਹਿੰਦੇ ਕਿ ਕਦੇ ਵੀ ਕਿਸੇ ਐਡੀਸ਼ਨਲ ਸੈਕਟਰੀ ਨੇ ਜਾਂ ਸੈਕਟਰੀ ਨੇ ਉੱਥੇ ਆ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਹੋ ਰਿਹਾ। ਮੈਂ ਅੱਜ ਉਹਨਾਂ ਨੂੰ ਇੱਕ ਸਵਾਲ ਕੀਤਾ, ਮੈਂ ਕਿਹਾ ਇੱਕ ਥੋੜਾ ਜਿਹਾ ਗੱਲ ਦੱਸ ਦਿਓ ਜੀ ਕਿ ਆਮ ਸੰਗਤ ਦੇ ਮਨ 'ਚ ਬੜੀ ਸ਼ੰਕਾ ਆ ਕਿ ਇਹ ਤੇ ਪਤਾ ਕਰੋ ਕਿ ਇਹ ਸਰੂਪ ਜਿਹੜੇ ਪੇਪਰ ਆਉਂਦਾ ਆ ਇਹਦਾ ਕੀ ਹਿਸਾਬ ਕਿਤਾਬ ਹੁੰਦਾ ਹੈ।
ਮੈਂ ਉਹਨੂੰ ਕਿਹਾ ਜੀ ਕਿ ਕਿਸ ਤਰ੍ਹਾਂ ਤੁਸੀਂ ਪੇਪਰ ਲਿਆਉਂਦੇ? ਕਹਿੰਦਾ ਜੀ ਪੇਪਰ ਤੇ ਖਰੀਦ ਮਹਿਕਮਾ ਵੱਖਰਾ ਆ, ਜੀ, ਉਹ ਕੁਦਰਤੀ। ਪੇਪਰ ਖਰੀਦ ਕਰਕੇ ਲਿਆਉਂਦਾ। ਮੈਂ ਕਿਹਾ ਕੁਆਲਿਟੀ ਕਿੱਦਾਂ ਚੈੱਕ ਕਰਦੇ ਹੋ? ਕਿਉਂਕਿ ਸਾਡੀ ਜੋ ਜਾਣਕਾਰੀ ਹੈ ਉਹ ਹੈ ਕਿ ਆਮ ਸਧਾਰਨ ਕਿਤਾਬ ਦੀ ਕਾਗਜ਼ ਵੱਖਰਾ ਆ, ਬਹੁਤਾ ਸੁਪੀਰੀਅਰ ਆ, ਉਹ ਤੋਂ ਸੁਪੀਰੀਅਰ ਆ। ਉਹ ਕਹਿੰਦਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਲਈ ਸਾਨੂੰ 80 GSM ਦਾ ਪੇਪਰ ਚਾਹੀਦਾ ਹੁੰਦਾ ਜੀ। ਮੈਂ ਕਿਹਾ ਤੁਸੀਂ ਕਿੱਦਾਂ ਚੈੱਕ ਕਰਦੇ ਜੀ? ਜਿਹੜਾ ਪੇਪਰ ਹੁੰਦਾ ਉਹਦੀ ਕੁਆਲਿਟੀ ਤੁਸੀਂ ਕਿੱਦਾਂ ਚੈੱਕ ਕਰਦੇ ਹੋ? ਤੁਹਾਡੇ ਕੋਲ ਕੋਈ ਐਕਸਪਰਟ ਹੋਏਗਾ, ਮਸ਼ੀਨ ਹੋਏਗੀ? ਕਹਿੰਦੇ ਨਹੀਂ ਜੀ ਮਾਫ ਕਰਨਾ, 80,000 ਦੀ ਕੀਮਤ ਦੀ ਮਸ਼ੀਨ ਆ, ਇਸ ਆਫਸੈਟ ਪ੍ਰੈਸ 'ਚ ਨਹੀਂ ਹੈ। ਅੱਛਾ। ਸੋ ਇਹ ਸਾਰੇ ਚੀਜ਼ਾਂ ਜਿਹੜੀਆਂ ਜਦੋਂ ਇਹ ਸਾਹਮਣੇ ਆ ਰਹੀਆਂ ਨੇ ਹੁਣ, ਲੋਕ ਕਹਿ ਰਹੇ ਨੇ ਕਿ ਤੁਸੀਂ ਘੱਟੋ ਘੱਟ ਇਹ ਤੇ ਪੁੱਛੋ ਵੀ ਹੋਇਆ ਕੀ ਹੈ। ਮੈਂ ਆਖਰ ਉਹਨੂੰ ਪੁੱਛ ਲਿਆ, ਇੱਕ ਹੋਰ ਅਧਿਕਾਰੀ ਸੀ ਜੀ, ਮੈਂ ਉਹਨੂੰ ਪੁੱਛਿਆ ਜਦੋਂ ਤੁਸੀਂ ਜਾਂਚ 'ਚ ਸ਼ਾਮਲ ਹੋਏ ਸੀ ਤੁਹਾਨੂੰ ਕੋਈ ਲਿਖਤੀ ਸਵਾਲ ਦਿੱਤੇ ਗਏ ਸੀ? ਤੁਹਾਡਾ ਮਤਲਬ ਈਸ਼ਰ ਸਿੰਘ ਵਾਲੀ ਜਾਂਚ? ਹਾਂ, ਐਡਵੋਕੇਟ ਈਸ਼ਰ ਸਿੰਘ। ਬਿਲਕੁਲ। ਇੱਕ ਨੇ ਮੈਨੂੰ ਕਿ ਮੰਨਿਆ ਵੀ ਹਾਂ, ਕਹਿੰਦੇ ਕਿ 30 ਸਵਾਲਾਂ ਵਾਲਾ ਇੱਕ ਸੀਗੀ ਕੁਐਸਚਨਰ ਦਿੱਤਾ ਗਿਆ। ਮੈਂ ਉਹ ਕੁਐਸਚਨਰ ਪੜ੍ਹੇ ਸਾਰੇ। ਮੈਂ ਉਹਨੂੰ ਕਿਹਾ ਜੀ ਕਿ ਇਹ ਸਵਾਲ ਤੁਸੀਂ ਜਵਾਬ ਦੇ? ਕਹਿੰਦਾ ਹਾਂ ਮੈਂ ਦਿਆ ਕਿ 1 ਤੋਂ ਲੈ ਕੇ 10 ਤੱਕ ਮੇਰੇ ਨਾਲ ਸੰਬੰਧਿਤ ਨਹੀਂ ਹੈ, 10 ਤੋਂ 12 ਤੱਕ ਫਲਾਣੇ ਨਾਲ ਸੰਬੰਧਿਤ ਹੈ, ਇੰਨੇ ਤੋਂ ਇੰਨੇ ਤੱਕ ਹੈ। ਤੇ ਕਹਿੰਦਾ ਕਿ ਮੈਨੂੰ ਲੱਗਾ ਵੀ ਇਹ ਸਿਰਫ ਜਾਣਕਾਰੀ ਇਹਨਾਂ ਦੇ ਕੋਲ ਵੀ ਨਹੀਂ ਪਤਾ, ਵੀ ਖੁਦ ਇਸ ਸ਼ਖਸ ਨੂੰ ਨਹੀਂ ਪਤਾ ਕਿ ਮੈਂ ਕਿਹੜੇ ਸੰਨ 'ਚ ਇਸ ਦਫ਼ਤਰ 'ਚ ਆਇਆ ਤੇ ਮੇਰੇ ਤੋਂ ਪਹਿਲਾ ਸ਼ਖਸ ਕਦੋਂ ਆਇਆ ਸੀ ਤੇ ਕਦੋਂ ਰਿਟਾਇਰ ਹੋ ਗਿਆ। ਬਹੁਤ ਸਾਰੇ ਹੋਰ ਵੀ ਸਵਾਲ ਆ, ਅਸੀਂ ਚਾਹਾਂਗੇ ਕਿ ਕਿਉਂਕਿ ਇਹ ਇੱਕ ਐਸੇ ਸੱਚ ਨੇ ਜਿਹੜੇ ਸੱਚ ਲੁਕੇ ਹੋਏ ਛਿਪੇ ਹੋਏ ਆ, ਇਹ ਬੇਪਰਦ ਹੋਣੇ ਚਾਹੀਦੇ, ਇਹ ਧੁੰਦ ਛੱਟਣੀ ਚਾਹੀਦੀ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ, ਸਰੂਪਾਂ ਨਾਲ ਸੰਬੰਧਿਤ ਕੁਝ ਵੀ ਇਸ ਤਰ੍ਹਾਂ ਦਾ ਹੁਣ ਜਿਹੜੇ ਅਧਿਕਾਰੀ ਜਾਂ ਜਿਹੜੇ ਕਰਮਚਾਰੀ ਕੋ ਹੋਇਆ ਉਹ ਤਸਲੀਮ ਕਰੇ ਸੱਚ ਨੂੰ, ਉਹ ਆਪਣਾ ਕਨਫੈਸ਼ਨ ਕਹਿੰਦੇ ਹੁੰਦੇ ਜੀ, ਹਾਂਜੀ ਕਨਫੈਸ਼ਨ ਕਹਿੰਦੇ, ਉਹ ਜ਼ਰੂਰ ਦੱਸੇ ਕਿ ਕਿੱਥੇ ਕਿੱਥੇ ਕੀ ਕੁਝ ਹੋਇਆ। ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦੇ ਆ ਕਿ ਇਹ ਬਹੁਤ ਲੰਬੀ ਇਸ ਜਾਂਚ ਨੂੰ ਨਾ ਖਿੱਚਿਆ ਜਾਵੇ, ਇਹ ਤੁਰੰਤ ਪ੍ਰਭਾਵ ਨਾਲ ਇਹਦੇ ਤੇ ਸਾਰੇ ਸੰਬੰਧਤਾਂ ਤੋਂ ਜਾਣਕਾਰੀ ਲੈ ਕੇ ਜਨਤਕ ਕੀਤੀ ਜਾਵੇ ਕਿ ਸਰੂਪ ਕਿੱਥੇ। ਸਭ ਤੋਂ ਅਹਿਮ ਹੈ ਕਿ ਹੁਣ ਤੱਕ ਜਿੰਨੀਆਂ ਵੀ ਅੰਦਰੂਨੀ ਜਾਂਚ ਹੋਈਆਂ ਨੇ ਜੀ, ਅੰਦਰੂਨੀ ਜਾਂਚ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਨਾਲ ਜਨਤਕ ਕੀਤਾ ਜਾਏ, ਪਤਾ ਲੱਗੇ ਕਿ ਵਾਕਿਆ ਹੀ ਜੇ ਸਰਦਾਰ ਈਸ਼ਰ ਸਿੰਘ ਦਾਅਵਾ ਕਰਦੇ ਨੇ 18/8/2015 ਨੂੰ 328 ਸਰੂਪ ਘੱਟ ਸਨ ਜੀ, ਤੇ ਫਿਰ ਜਿਹੜਾ ਦਾਅਵਾ ਉਹ ਆ ਕਿ 18/8/15 ਨੂੰ 239 ਸਰੂਪ ਵੱਧ ਸਨ ਜੀ, ਉਹ ਕਿਸ ਤਰ੍ਹਾਂ ਜੀ? ਉਹ ਕਹਿੰਦੇ ਜੀ ਕਿ 2014-15 ਦਾ ਆਡਿਟ ਹੋ ਚੁੱਕਾ ਸੀ, ਸਰਕਾਰੀ ਆਡਿਟ। ਬਿਲਕੁਲ। ਕਹਿੰਦੇ ਉਸ ਵੇਲੇ 76 ਸਰੂਪ ਇੱਕ ਜਮ੍ਹਾਂ ਖਰਚ ਕੀਤੇ ਗਏ ਔਰ 163 ਸਰੂਪ ਇੱਕ ਜਮ੍ਹਾਂ ਖਰਚ ਕੀਤੇ ਗਏ, 239 ਸਰੂਪ ਇਹ ਸੀ। ਉਹ ਕਹਿੰਦੇ ਕਿ ਹੁਣ ਇੱਥੇ ਤੇ 239 ਸਰੂਪ ਹੈਗੇ ਆ, ਤੁਸੀਂ ਵੀ ਕਹਿੰਦੇ ਗੱਲ ਕਰਦੇ ਹੋ ਕਿ 239 ਸਰੂਪ ਵੱਧ ਨੇ ਜੀ, ਪਰ ਕਹਿੰਦੇ ਕਿ ਹੁਣ ਉਹ ਕਿਹੜਾ ਐਸਾ ਲਾਇਆ ਗਿਆ, ਚੁੰਬਕ ਲਾਇਆ ਗਿਆ ਕਿ ਉੱਥੇ 328 ਸਰੂਪ ਘਟ ਗਏ ਤੇ ਇੱਥੇ ਆ ਕੇ 267 ਸਰੂਪ ਬਣ ਗਏ ਜੀ। ਤੇ ਇੱਥੇ ਲੇਖੇ ਜਾ ਕੇ 267 ਸਰੂਪ ਘੱਟ ਨੇ, ਉੱਥੇ 328 ਸੀ। ਰਾਜ ਕਿੱਥੇ ਸੀ? ਕਹਿੰਦੇ ਜੇ ਮੰਨ ਲਈਏ ਕਿ ਉਦੋਂ 239 ਘੱਟ ਸੀ, 478 ਸੀ ਤੇ 328 ਇਹਨਾਂ ਦੇ ਹਿਸਾਬ ਨਾਲ ਬਣੇ, ਤੇ 150 ਸਰੂਪ ਕਿੱਥੋਂ ਬਣ ਕੇ ਵਿੱਚ ਜਮ੍ਹਾਂ ਕੀਤਾ ਗਿਆ, ਉਹਦਾ ਵੀ ਜਾਂਚ ਹੋਣੀ ਚਾਹੀਦੀ ਹੈ।